ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਪੂਜ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਪੂਜ ਭਗਵਾਨਾ। ਧੰਨ ਵਾਹਿਗੁਰੂ ਜੀ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰਹਿ ਪਾਰ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰਹਿ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਾਣੀ 57 ਸ਼ਲੋਕ ਜੋ ਸਤਿਗੁਰੂ ਜੀ ਦੇ ਅਸੀਂ ਭੋਗ ਦੇ ਸਮੇਂ ਤੇ ਸਰਵਣ ਕਰਦੇ ਹਾਂ, ਉਹਨਾਂ ਸ਼ਬਦਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਅੱਜ ਜਿਹੜੇ ਅਸੀਂ 2 ਸ਼ਲੋਕ ਵਿਚਾਰਨੇ ਹਨ, ਉਹ ਸਾਧ ਸੰਗਤ ਜੀ 11 ਤੇ 12 ਨੰਬਰ ਸ਼ਲੋਕ ਹਨ, ਜਿਨ੍ਹਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਮਤ ਬੁੱਧ ਤੇ ਸੋਝੀ ਬਖਸ਼ਿਸ਼ ਕਰਕੇ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਰੀ ਸਾਧ ਸੰਗਤ। ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਸਾਰੀ ਸੰਗਤ ਮਿਲ ਕੇ ਉਚਾਰਨ ਕਰੀਏ ਤੇ ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਪਹਿਲਾਂ ਅਸੀਂ ਸਾਧ ਸੰਗਤ ਜੀ ਸ਼ਬਦਾਂ ਦੇ ਅੱਖਰੀ ਅਰਥਾਂ ਨੂੰ ਸਮਝਦੇ ਹਾਂ, ਉਸ ਤੋਂ ਬਾਅਦ ਫਿਰ ਉਹਦੀ ਵਿਚਾਰ ਹੁੰਦੀ ਹੈ। ਮਹਾਰਾਜ ਕਿਰਪਾ ਕਰੇ ਨੇ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। पांच का अर्थ इत्थे साध संगत जी गिनती है पंज। जो पंज शब्द गुरु ग्रंथ साहिब विच आवे तो पंज शब्द गिनती के रूप में भी आता है
ਤੇ ਪੰਜ ਸ਼ਬਦ ਉਹਨਾਂ ਵਾਸਤੇ ਵੀ ਆਉਂਦਾ ਹੈ ਜਿਹੜੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ, ਉਹਨਾਂ ਵਾਸਤੇ ਵੀ ਆਉਂਦਾ ਹੈ। ਜਦੋਂ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ ਕਿ ਪੰਜ ਪਰਵਾਨ, ਪੰਜ ਪ੍ਰਧਾਨ, ਪੰਜੇ ਪਾਵਹਿ ਦਰਗਾਹ ਮਾਨ, ਉੱਥੇ ਪੰਜ ਗਿਣਤੀ ਨਹੀਂ ਹੈ। ਉੱਥੇ ਉਹ ਪੰਜ ਨੇ ਜਿਨ੍ਹਾਂ ਨੇ ਪਹਿਲਾਂ ਸੁਣਿਆ ਫਿਰ ਮੰਨਿਆ ਹੈ, ਕਿ ਪੌੜੀਆਂ ਚੱਲਦੀਆਂ ਨੇ ਸੁਣਨ ਦੀਆਂ ਮੰਨਣ ਦੀਆਂ, ਜਿਨ੍ਹਾਂ ਨੇ ਹਿਰਦੇ 'ਚ ਵਸਾ ਲਿਆ। ਮਹਾਰਾਜ ਕਹਿੰਦੇ ਉਹ ਪੰਜ ਹੋ ਗਏ। ਹੋਰ ਸੌਖਾ ਜਿਹਾ ਸਮਝ ਲਈਏ, ਅਸੀਂ ਸਾਰੇ ਪੰਜਾਬ ਤੋਂ ਆਏ ਹਾਂ, ਇੰਡੀਆ ਤੋਂ ਆਏ, ਅਸੀਂ ਸਭ ਜਾਣਦੇ ਹਾਂ ਪੰਜਾਬ ਦੇ ਵਿੱਚ ਜੋ ਸ਼ਬਦ ਇਹ ਵਰਤਿਆ ਜਾਂਦਾ ਪੰਚਾਇਤ, ਪੰਚ। ਹੁਣ ਉੱਥੇ ਇੱਕ ਨੂੰ ਹੀ ਆਪਾਂ ਪੰਚ ਕਹਿੰਦੇ ਆ, ਪੰਜਾਂ ਜਣਾਂ ਨੂੰ ਕਹਿੰਦੇ ਇਹ ਪੰਚ ਹੈ ਪਿੰਡ ਦਾ। ਮਤਲਬ ਉਹਦਾ ਇਹ ਹੋ ਗਿਆ ਸਿਆਣਾ ਹੈ ਬੰਦਾ, ਹੈ ਸੂਝਵਾਨ ਹੈ। ਸਾਰੇ ਪਿੰਡ ਵਿੱਚੋਂ ਇਸ ਬੰਦੇ ਨੂੰ ਤਾਂ ਪੰਚ ਚੁਣ ਲਿਆ ਗਿਆ ਹੈ ਕਿ ਕੋਈ ਵੀ ਪਿੰਡ ਦਾ ਮਸਲਾ ਹੋਏਗਾ ਤੇ ਮਿਲ ਬੈਠ ਕੇ ਹੱਲ ਕੀ। ਇਹ ਵੱਖਰੀ ਗੱਲ ਹੈ ਕਿ ਉਹ ਪੰਚ ਭਾਵੇਂ ਨਿਕਲੇ ਭਾਵੇਂ ਨਾ ਨਿਕਲੇ, ਪਰ ਚੁਣਦੇ ਤਾਂ ਅਸੀਂ ਇਸ ਕਰਕੇ ਹੀ ਆ ਨਾ ਵੀ ਉਹ ਪੰਚ ਹੈ, ਉਹਨੂੰ ਜਿਹੜਾ ਹੈ ਸਿਆਣਾ ਮੰਨਿਆ ਜਾਂਦਾ ਹੈ। ਇੱਥੇ ਜਿਹੜਾ ਮਹਾਰਾਜ ਕਹਿ ਰਹੇ ਨੇ ਤੇ ਪੰਜ ਦਾ ਮਤਲਬ ਪੰਜ ਗਿਣਤੀ ਹੈ। ਮਹਾਰਾਜ ਕਹਿੰਦੇ ਨੇ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ, ਪੰਜ ਤੱਤ ਕੋ, ਪੰਜਾਂ ਤੱਤਾਂ ਤੋਂ ਤਨ ਰਚਿਓ। ਤਨ ਸਾਡਾ ਜਿਹੜਾ ਬਣਾਇਆ ਹੋਇਆ ਪਰਮਾਤਮਾ ਨੇ। ਜਾਨੋ ਦਾ ਮਤਲਬ ਹੈ ਜਾਣ ਲਵੋ, ਚਤੁਰ ਸੁਜਾਨ। ਮਹਾਰਾਜ ਕਹਿੰਦੇ ਹੇ ਸਿਆਣੇ ਬੰਦਿਓ, ਇਸ ਚਤੁਰ ਬੰਦਿਓ, ਸਿਆਣੇ ਮਨੁੱਖੋ, ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਵੋ ਕਿ ਸਾਡਾ ਸਰੀਰ ਪਰਮਾਤਮਾ ਨੇ ਪੰਜ ਤੱਤਾਂ ਤੋਂ ਬਣਾਇਆ ਹੈ। ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਇਹ ਪੰਜਾਂ ਤੱਤਾਂ ਤੋਂ ਜਿਹੜਾ ਬਣਿਆ ਹੋਇਆ, ਪੰਜਾਂ ਤੱਤਾਂ ਦੇ ਵਿੱਚ ਇਹਨੇ ਲੀਨ ਹੋ ਜਾਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹੇ ਭਲੇ ਪੁਰਸ਼ੋ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਜੇਬ ਵਿੱਚ, ਆਪਣੇ ਧਿਆਨ ਵਿੱਚ, ਆਪਣੀ ਸੁਰਤ ਵਿੱਚ ਟਿਕਾ ਲਓ ਕਿ ਪੰਜਾਂ ਤੱਤਾਂ ਤੋਂ ਪੈਦਾ ਹੋਇਆ, ਪੰਜਾਂ ਤੱਤਾਂ ਦੇ ਵਿੱਚ ਲੀਨ ਹੋ ਜਾਣਾ ਹੈ। ਇਹਨੇ ਪਹਿਲੇ ਸ਼ਲੋਕ ਦੇ ਆਖਰੀ ਅਰਥ ਜੋ ਅਸੀਂ ਸਮਝੇ। ਦੂਸਰਾ ਸ਼ਲੋਕ ਹੈ ਘਟ ਘਟ ਮੈਂ ਹਰਜੂ ਵਸੈ। ਘਟ ਘਟ ਦਾ ਮਤਲਬ ਗਿਆ ਹਰੇਕ ਹਿਰਦਾ, ਘਟ ਹਿਰਦੇ ਨੂੰ ਕਹਿੰਦੇ। ਹਰੇਕ ਸਰੀਰ ਹੇਕ ਹਿਰਦੇ ਵਿੱਚ ਪਰਮਾਤਮਾ ਪ੍ਰਭੂ ਪਰਮੇਸ਼ਰ ਦਾ ਨਿਵਾਸ ਹੈ। ਇਹ ਗੱਲ ਕੌਣ ਕਹਿ ਰਿਹਾ? ਸੰਤਨ ਕਹਿਓ ਪੁਕਾਰ। ਇਹ ਗੱਲ ਭਲੇ ਪੁਰਸ਼ ਰੱਬ ਦੇ ਪਿਆਰੇ ਇਹ ਗੱਲ ਪੁਕਾਰ ਕੇ ਕਹਿ ਰਹੇ ਨੇ ਕਿ ਸਾਰੇ ਹਿਰਦਿਆਂ ਵਿੱਚ ਰੱਬ ਵਸਦਾ ਹੈ। ਤੇ ਮਹਾਰਾਜ ਕਹਿ ਰਹੇ ਨੇ ਕਿ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤੇ ਭਜ ਮਨਾ। ਹੇ ਮੇਰੇ ਮਨ, ਉਹਨੂੰ ਯਾਦ ਕਰ, ਸਿਮਰਨ ਨੂੰ ਭਉ ਨਿਤ ਉਤਰੈ ਪਾਰ। ਇਸ ਭਵ ਸਾਗਰ ਨੂੰ ਤੂੰ ਪਾਰ ਕਰ ਲਏਗਾ। ਇਹ ਨੇ ਦੋਨਾਂ ਸ਼ਲੋਕਾਂ ਦੇ ਆਖਰੀ ਅਰਥ ਜੋ ਪਹਿਲਾਂ ਅਸੀਂ ਸਮਝੇ। ਹੁਣ ਅਸੀਂ ਇਹਦੀ ਵਿਆਖਿਆ ਤੇ ਭਾਵ ਅਰਥਾਂ ਨੂੰ ਸਮਝਦੇ ਹਾਂ। ਹੁਣ ਜਦੋਂ ਸਤਿਗੁਰੂ ਨੇ ਸ਼ਬਦ ਵਰਤਿਆ ਪੰਜ ਤੱਤ, ਤੇ ਉਹ ਪੰਜ ਤੱਤ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਕਬੀਰ ਸਾਹਿਬ ਨੇ ਬਕਾਇਦਾ ਉਹਨਾਂ ਦਾ ਨਾਮ ਲਿਆ। ਇੱਕ ਤੁਕ ਵਿੱਚ, ਇੱਕ ਪੰਕਤੀ ਵਿੱਚ ਕਬੀਰ ਸਾਹਿਬ ਨੇ ਉਹ ਜਿਹੜੇ ਪੰਜੇ ਤੱਤ ਨੇ ਬਿਆਨ ਕਰ ਦਿੱਤੇ ਨੇ। ਉਹ ਕਬੀਰ ਸਾਹਿਬ ਦਾ ਸ਼ਬਦ ਹੈ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਇਹ ਕਬੀਰ ਸਾਹਿਬ ਦਾ ਸ਼ਬਦ ਹੈ। ਕਹਿੰਦੇ ਨੇ ਹੇ ਵਾਹਿਗੁਰੂ ਪਰਮਾਤਮਾ, ਜਿਵੇਂ ਇਹ ਪੰਜ ਤੱਤ ਤੇਰੇ ਹੁਕਮ ਵਿੱਚ, ਰਜਾ ਵਿੱਚ ਰਹਿੰਦੇ ਨੇ, ਮੈਂ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਧਾਰਨ ਕਰ ਲਿਆ ਹੈ। ਮੈਂ ਇਸ ਤਰ੍ਹਾਂ ਦੀ ਰਹਿਤ ਰਹਿ ਰਿਹਾ ਜਿਹੜੀ ਰਹਿਤ ਇਹ ਪੰਜ ਤੱਤ ਰਹਿ ਰਹੇ ਨੇ। ਇਹਦਾ ਮਤਲਬ ਪੰਜ ਤੱਤਾਂ ਦੀ ਵੀ ਕੋਈ ਰਹਿਤ ਹੈ। ਪੰਜ ਤੱਤ ਵੀ ਕੁਝ ਮਰਜ਼ਾਦਾ ਵਿੱਚ ਚੱਲਦੇ ਨੇ। ਤੇ ਸਾਧ ਸੰਗਤ ਕਬੀਰ ਸਾਹਿਬ ਕਹਿੰਦੇ ਜਿਵੇਂ ਇਹ ਪੰਜ ਤੱਤ ਮਰਜ਼ਾਦਾ ਵਿੱਚ ਚੱਲਦੇ ਹੈ ਵਾਹਿਗੁਰੂ, ਮੈਂ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਇੱਕ ਮਰਜ਼ਾਦਾ ਰੂਪ ਵਿੱਚ ਬਣਾ ਲਿਆ ਹੈ। ਹੁਣ ਪੰਜ ਤੱਤ ਮੈਂ ਜਿਹੜੇ ਪਹਿਲਾਂ ਗਿਣੇ ਨੇ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਆਪ ਦਾ ਮਤਲਬ ਹੋ ਗਿਆ ਪਾਣੀ, ਤੇਜ ਦਾ ਮਤਲਬ ਹੋ ਗਿਆ ਅੱਗ, ਬਾਏ ਦਾ ਮਤਲਬ ਹੋ ਗਿਆ ਹਵਾ, ਪ੍ਰਿਥਵੀ ਦਾ ਮਤਲਬ ਹੋ ਗਿਆ ਧਰਤੀ, ਤੇ ਆਕਾਸ਼ਾ ਦਾ ਮਤਲਬ ਆਕਾਸ਼। ਫਿਰ ਇੱਕ ਵਾਰ ਮੈਂ ਗਿਣ ਦੇਣਾ ਕਿ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪੰਜ ਸ਼ਬਦ ਕਬੀਰ ਸਾਹਿਬ ਨੇ ਵਰਤੇ। ਆਪ ਮੈਨੇ ਹੋ ਗਿਆ ਪਾਣੀ, ਇਹ ਵੀ ਇੱਕ ਤੱਤ ਹੈ। ਤੇਜ ਮੈਨੇ ਅੱਗ ਵੀ ਇੱਕ ਤੱਤ ਹੈ। ਬਾਏ ਦਾ ਮਤਲਬ ਹੈ ਹਵਾ ਵੀ ਇੱਕ ਤੱਤ ਹੈ। ਪ੍ਰਿਥਵੀ ਦਾ ਮਤਲਬ ਹੋ ਗਿਆ ਧਰਤੀ ਵੀ ਇੱਕ ਤੱਤ ਹੈ। ਤੇ ਆਕਾਸ਼ਾ ਦਾ ਮਤਲਬ ਹੋ ਗਿਆ ਆਕਾਸ਼, ਇਹ ਵੀ ਇੱਕ ਤੱਤ ਹੈ। ਥੋੜਾ ਜਿਹਾ ਸਾਧ ਸੰਗਤ ਧਿਆਨ ਦਿਓ, ਹੋ ਸਕਦਾ ਅੱਜ ਤੁਹਾਨੂੰ ਵਿਚਾਰ ਕਰਦਿਆਂ ਹੋਇਆ ਇਹ ਨਾ ਮਹਿਸੂਸ ਕਰਿਓ ਸ਼ਾਇਦ ਕੋਈ ਬੋਰ ਕਰ ਰਿਹਾ ਮੈਂ, ਕਿਉਂਕਿ ਜਦੋਂ ਪ੍ਰਕਰਨ ਇਸ ਤਰ੍ਹਾਂ ਦਾ ਚੱਲੇ ਫਿਰ ਉਹਦੀ ਗੱਲ ਖੁੱਲਣੀ ਪੈਂਦੀ ਹੈ। ਥੋੜਾ ਜਿਹਾ ਧਿਆਨ ਦੇਣਾ ਪੈਣਾ। ਅੱਜ ਪਹਿਲਾਂ ਇਹ ਪੰਜ ਤੱਤ ਮੈਂ ਗਿਣੇ ਨੇ, ਹੁਣ ਪੰਜ ਤੱਤਾਂ ਦੇ ਪੰਜ ਗੁਣ ਨੇ ਅੱਗੋਂ। ਇੱਕ ਗੱਲ ਧਿਆਨ 'ਚ ਰੱਖਿਓ, ਵਾਹਿਗੁਰੂ ਪਰਮਾਤਮਾ ਦਾ ਜਦੋਂ ਮੈਂ ਹੁਣ ਬੇਨਤੀ ਜਿਹੜੀ ਕਰਨ ਲੱਗਿਆ ਨਾ,
ਇਹਨੂੰ ਵੇਖ ਵੇਖ ਕੇ ਬੰਦਾ ਸ਼ੁਕਰ ਕਰੇ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਦਾ, ਵਾਹਿਗੁਰੂ ਤੂੰ ਇੰਨੀ ਕਿਰਪਾ ਸਾਡੇ ਤੇ ਕੀਤੀ ਹੈ, ਇਹਨਾਂ ਤੱਤਾਂ ਦੇ ਰਾਹੀਂ ਸਰੀਰ ਬਣਾ ਦਿੱਤਾ, ਉਸ ਵਿੱਚ 5 ਗੁਣ ਪੈਦਾ ਕਰਤੇ, 5 ਗੁਣਾਂ ਨੂੰ ਜਾਣਨ ਲਈ 5 ਗਿਆਨ ਇੰਦਰੀ ਰੱਬ ਨੇ ਦੇ ਦਿੱਤੇ। ਮੰਨ ਲਓ ਜੇ ਤੱਤਾਂ ਤੋਂ ਬਾਅਦ ਇਹਨਾਂ ਦੇ ਗੁਣ ਵੀ ਹੁੰਦੇ ਤੇ ਗੁਣਾਂ ਦੀ ਸਮਝ ਨਾ ਪੈਂਦੀ, ਜੇ ਭਲਾ ਗਿਆਨ ਇੰਦਰੀ ਨਾ ਹੁੰਦੇ ਤੇ 5 ਤੱਤਾਂ ਦੀ ਸਮਝ ਕਿਵੇਂ ਸਾਨੂੰ ਪੈਂਦੀ। ਹੁਣ ਮੈਂ ਜਿਹੜੀ ਗਿਣਤੀ ਕੀਤੀ ਉਹਦੇ ਵਿੱਚ ਪਾਣੀ ਦਾ ਗੁਣ ਕੀ ਹੈ? ਰਸ। ਪਾਣੀ ਦਾ ਗੁਣ ਰਸ ਹੈ, ਅੱਗ ਦਾ ਗੁਣ ਜਿਹੜਾ ਰੂਪ ਹੈ, ਇਸੇ ਤਰ੍ਹਾਂ ਵਾਯ ਹਵਾ ਦਾ ਰੂਪ ਜਿਹੜਾ ਉਹ ਸਪਰਸ਼ ਹੈ, ਤੇ ਜਿਹੜਾ ਪ੍ਰਿਥਵੀ ਇਹਦਾ ਗੁਣ ਹੈ ਮਿੱਟੀ, ਤੇ ਮਿੱਟੀ ਦਾ ਜਿਹੜਾ ਇਹਦਾ ਤੱਤ ਹੈ, ਤੱਤ ਮਿੱਟੀ, ਗੁਣ ਇਹਦਾ ਕੀ ਹੋ ਗਿਆ? ਸੁਗੰਧ, ਗੰਧ ਜਿਹਨੂੰ ਕਹਿੰਦੇ ਆ, ਸੁਗੰਧੀ। ਅਗਲਾ ਆ ਗਿਆ ਆਕਾਸ਼, ਇਹਦਾ ਗੁਣ ਹੈ ਸ਼ਬਦ। ਸ਼ਾਇਦ ਸਮਝ ਆ ਗਈ ਹੋਵੇਗੀ, ਮੈਂ ਫਿਰ ਇੱਕ ਵਾਰ ਤਾਂ ਥੋੜਾ ਜਿਹਾ ਤੁਹਾਨੂੰ ਲੱਗੇ ਨਾ ਕਿ ਬਾਰ-ਬਾਰ ਮੈਂ ਕਿਉਂ ਕਹਿ ਰਿਹਾ, ਦੁਹਰਾਓ ਇਸ ਕਰਕੇ ਗੱਲ ਦਾ ਕਰ ਰਿਹਾ ਤਾਂ ਕਿ ਗੱਲ ਪਕੜ ਚ ਆ ਜਾਏ। 5 ਤੱਤ ਗਿਣ ਦਿੱਤੇ। ਪਾਣੀ ਦਾ ਗੁਣ ਹੋ ਗਿਆ ਰਸ, ਇਸੇ ਤਰ੍ਹਾਂ ਅੱਗ ਦਾ ਗੁਣ ਹੋ ਗਿਆ ਰੂਪ, ਉਹਦਾ ਜਿਹੜਾ ਗੁਣ ਹੈ ਉਹ। ਇਸੇ ਤਰ੍ਹਾਂ ਹਵਾ ਦਾ ਰੂਪ ਹੋ ਗਿਆ ਜਿਹੜਾ ਗੁਣ ਹੈ ਸਪਰਸ਼, ਤੇ ਮਿੱਟੀ ਦਾ ਗੁਣ ਹੋ ਗਿਆ ਗੰਧ, ਤੇ ਆਕਾਸ਼ ਦਾ ਗੁਣ ਹੋ ਗਿਆ ਸ਼ਬਦ। ਹੁਣ ਇਹਨਾਂ 5 ਨੂੰ ਜਾਣਨ ਵਾਸਤੇ ਰੱਬ ਨੇ 5 ਗਿਆਨ ਇੰਦਰੀ ਦੇ ਦਿੱਤੇ ਸਾਨੂੰ। ਹੁਣ ਇੱਕ ਇੱਕ ਗਿਆਨ ਇੰਦਰਾ ਇਹਨਾਂ ਨੂੰ ਸਮਝਦਾ ਹੈ। ਪਾਣੀ ਨੂੰ ਕੌਣ ਸਮਝਦਾ? ਰਸ ਨੂੰ ਕੌਣ ਸਮਝਦਾ? ਸਾਡੀ ਜ਼ੁਬਾਨ। ਇਹ ਗਿਆਨ ਇੰਦਰਾ ਜ਼ੁਬਾਨ ਦੇ ਉੱਤੇ ਰੱਖੋਗੇ ਤੇ ਰਸ ਦਾ ਤਾਂ ਪਤਾ ਲੱਗੇਗਾ, ਸਵਾਦ ਹੈ, ਕੌੜਾ ਹੈ, ਮਿੱਠਾ ਹੈ, ਕਿਵੇਂ, ਇਹ ਜ਼ੁਬਾਨ ਦੱਸੇਗੀ। ਇਹਦਾ ਗਿਆਨ ਇੰਦਰਾ ਹੋ ਗਿਆ। ਦੂਸਰਾ ਆ ਗਿਆ ਜਿਹੜਾ ਗੁਣ ਸੀ ਅੱਗ ਦਾ, ਉਹਦਾ ਰੂਪ, ਉਹਦਾ ਜਿਹੜਾ ਤੱਤ ਸੀ ਅੱਗ ਤੇ ਗੁਣ ਆ ਗਿਆ ਰੂਪ, ਇਹਦਾ ਗਿਆਨ ਇੰਦਰਾ ਹੋ ਗਿਆ ਸਾਡੀਆਂ ਅੱਖਾਂ। ਅੱਖਾਂ ਰੂਪ ਜਾਣਦੀਆਂ ਨੇ। ਇਸੇ ਤਰ੍ਹਾਂ ਜਿਹੜਾ ਹਵਾ ਦਾ ਸਾਧ ਸੰਗਤ ਜੀ ਤੱਤ ਹੈ, ਇਹਦਾ ਗੁਣ ਹੋ ਗਿਆ ਸਪਰਸ਼, ਇਹਨੂੰ ਸਾਡੀ ਸਰੀਰ ਦੀ ਬਾਡੀ ਸਮਝਦੀ ਸਾਰੀ। ਇਹ ਬਹੁਤ ਵੱਡਾ ਗਿਆਨ ਇੰਦਰਾ ਹੈ, ਸਾਡੀ ਸਰੀਰ ਦੀ ਬਾਡੀ ਸਾਰੀ। ਇਸੇ ਤਰ੍ਹਾਂ ਸਾਧ ਸੰਗਤ ਅੱਗੇ ਆ ਗਿਆ ਪ੍ਰਿਥਵੀ, ਇਹਦਾ ਗੁਣ ਹੋ ਗਿਆ ਗੰਧ, ਇਹਨੂੰ ਸਮਝਦਾ ਸਾਡਾ ਨੱਕ। ਸੁਗੰਧੀ ਤੇ ਗੰਧੀ ਜਿਹਨੂੰ ਅਸੀਂ ਕਹਿੰਦੇ ਆ, ਇਹ ਸਾਡਾ ਨੱਕ ਸਮਝਦਾ ਹੈ। ਇਹ ਗੁਣ, ਇਹ ਗਿਆਨ ਇੰਦਰਾ ਹੋ ਗਿਆ। ਤੇ 5ਵਾਂ ਗਿਆਨ ਇੰਦਰਾ ਸਾਡਾ ਹੋ ਗਿਆ ਕੰਨ, ਕਿਉਂਕਿ ਸ਼ਬਦ ਜਿਹੜਾ ਹੈ ਉਹ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ। ਤੁਸੀਂ ਵੇਖੋ ਪ੍ਰਮਾਤਮਾ ਨੇ 5 ਤੱਤ, 5 ਗੁਣ ਤੇ 5 ਗਿਆਨ ਇੰਦਰੀ ਦੇ ਦਿੱਤੇ। ਅਗਲੀ ਗੱਲ ਪ੍ਰਮਾਤਮਾ ਦੀ ਹੋਰ ਤੁਸੀਂ ਕਮਾਲ ਦੀ ਦੇਖੋ, ਇਹ 5 ਤੱਤ ਆਪਸ ਵਿੱਚ ਵਿਰੋਧੀ ਨੇ। 5 ਤੱਤ ਆਪਸ ਵਿੱਚ ਵਿਰੋਧੀ ਨੇ। ਪਾਣੀ ਤੇ ਅੱਗ ਦਾ ਕੀ ਸੁਮੇਲ ਹੈ ਬਈ? ਹਵਾ ਤੇ ਮਿੱਟੀ ਦਾ ਕੀ ਸੁਮੇਲ ਹੈ? ਆਕਾਸ਼ ਤੇ ਪਾਣੀ ਦਾ ਕੀ ਸੁਮੇਲ? ਆਪੋ ਵਿੱਚ ਵਿਰੋਧੀ ਤੱਤ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੇ ਹੈ। ਆਹੀ ਤਾਂ ਪ੍ਰਮਾਤਮਾ ਦੀ ਖੇਡ ਹੈ। ਇਸੇ ਕਰਕੇ ਤੇ ਮਹਾਰਾਜ ਪ੍ਰਮਾਤਮਾ ਨੂੰ ਲੋਕੀ ਯਾਦ ਕਿਉਂ ਕਰਦੇ ਨੇ? ਇਹਨਾਂ ਗੱਲਾਂ ਕਰਕੇ ਜਦੋਂ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ, ਪ੍ਰਮਾਤਮਾ 5 ਤੱਤ 5 ਵਿਰੋਧੀ ਨੇ, 5 ਸਾਡੇ ਸਰੀਰ ਵਿੱਚ ਟਿਕਾ ਕੇ ਤੂੰ ਸਰੀਰ ਦਾ ਢਾਂਚਾ ਬਣਾ ਦਿੱਤਾ ਹੈ। ਫਿਰ ਇਹਨਾਂ ਨੂੰ ਸਮਝਣ ਲਈ 5 ਗਿਆਨ ਇੰਦਰੀ ਵਾਹਿਗੁਰੂ ਤੂੰ ਸਾਨੂੰ ਬਖਸ਼ ਦਿੱਤੇ ਨੇ। ਆਪਾਂ ਵਿਰੋਧੀਆਂ ਨੂੰ ਇਕੱਠਿਆ ਕਰ ਦਿੱਤਾ ਪ੍ਰਮਾਤਮਾ ਵਾਹਿਗੁਰੂ ਅਕਾਲ ਪਰਮੇਸ਼ਰ ਨੇ। ਹੁਣ ਜਦੋਂ ਇਹਨਾਂ ਮੈਂ ਬੇਨਤੀ ਕਰ ਰਿਹਾ ਕਿ ਸਾਧ ਸੰਗਤ ਇਹਨਾਂ ਨੂੰ 5 ਗਿਆਨ ਇੰਦਰੀ ਸਮਝਦੇ ਹੈ, ਇੱਕ ਇੱਕ ਇੰਦਰਾ, ਇੱਕ ਇੱਕ ਰਸ ਨੂੰ, ਤੱਤ ਨੂੰ, ਉਸ ਨੂੰ ਸਮਝਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਇਹ ਢਾਂਚਾ ਬਣਾਇਆ ਤੇ ਗੁਰੂ ਸਾਹਿਬ ਦਾ ਇੱਕ ਵਚਨ ਆਇਆ ਮੇਰੇ ਸਾਹਮਣੇ। ਮਹਾਰਾਜ ਕਹਿੰਦੇ ਸੰਸਾਰ ਵਿੱਚ ਅੱਜ ਤੱਕ ਦੁਨੀਆ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਇਹੋ ਜਿਹਾ ਹੋਵੇਗਾ ਜਿਹੜਾ 6ਵਾਂ ਤੱਤ ਬਣਾ ਕੇ ਵਿਖਾਵੇ। ਬਾਣੀ ਚੋਂ ਕਹਿ ਲੱਗਿਆ 5 ਤੱਤ ਕੋ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਵਾਹਿਗੁਰੂ ਤੂੰ 5 ਤੱਤਾਂ ਦੀ ਸ੍ਰਿਸ਼ਟੀ ਬਣਾਈ ਸਾਰੀ। ਮਹਾਰਾਜ ਕਹਿੰਦੇ ਕੋਈ ਮਾਈ ਦਾ ਲਾਲ ਜੰਮ ਕੇ ਵਿਖਾਵੇ, ਕੋਈ ਕਰ 6ਵਾਂ ਕਰਿਓ ਜੇ ਕਿਛ ਕੀਤਾ ਹੋਵੇ। ਮਹਾਰਾਜ ਕਹਿੰਦੇ ਕੋਈ ਬਣਾਵੇਗਾ 6ਵਾਂ ਤੱਤ। 5 ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ 6ਵਾਂ ਕਰਿਓ ਜੇ ਕਿਛ ਕੀਤਾ ਹੋਵੇ। ਮਹਾਰਾਜ ਕਹਿੰਦੇ ਲਿਆਓਗਾ ਕੋਈ ਉਹ ਲੱਭ ਕੇ ਜਿਹਨੇ 6ਵਾਂ ਤੱਤ ਬਣਾਇਆ ਹੋਵੇ। ਇਹਦਾ ਮਤਲਬ ਹੋ ਗਿਆ 5 ਤੱਤਾਂ ਦੀ ਸ੍ਰਿਸ਼ਟੀ ਵਾਹਿਗੁਰੂ ਨੇ ਬਣਾਈ, ਤੇ ਬਣਾਉਣ ਤੋਂ ਬਾਅਦ ਆਪਾਂ ਨਾਲ ਇਹ ਵੀ ਵੇਖਣਾ ਕਿ ਬਣਾ ਕੇ ਚਲਿਆ ਨਹੀਂ ਗਿਆ ਕਿਤੇ। ਉਹ 5 ਤੱਤਾਂ ਦੀ ਸ੍ਰਿਸ਼ਟੀ ਬਣਾ ਕੇ ਸਾਨੂੰ ਬਣਾ ਕੇ ਕਿ ਰੱਬ ਲੋਕੇ ਬਹਿ ਗਿਆ, ਕਿਤੇ ਭੋਰੇ 'ਚ, ਕਿਤੇ ਗੁਫਾ 'ਚ ਬਹਿ ਗਿਆ। ਮਹਾਰਾਜ ਕਹਿੰਦੇ ਨੇ ਅਗਲਾ ਸ਼ਲੋਕ ਨਾਲ ਦੀ ਵਿਆਖਿਆ ਕਰੇਗਾ ਵੀ ਘਟ ਘਟ ਮੈਂ ਹਰਜੂ ਬਸਿਓ ਦੀ ਵਿਆਖਿਆ ਕਰ ਰਿਹਾ ਹੈ। ਜਿਨੇ 5 ਤੱਤਾਂ ਦਾ ਸਰੀਰ ਬਣਾਇਆ ਉਹ ਬਾਹਰ ਨਹੀਂ ਚਲਿਆ ਗਿਆ, ਉਹਦੇ ਵਿੱਚ ਬੈਠਾ। ਮੈਂ ਥੋੜਾ ਜਿਹਾ ਹੁਣ ਇੱਥੇ ਵਿਚਾਰ ਕਰਨੀ ਚਾਹੁੰਦਾ ਕਿ ਇਹਦਾ ਢਾਂਚਾ ਬਣਿਆ ਸਾਡੇ ਸਰੀਰ ਦਾ। ਗੁਰਮੁਖ ਇਹਦੇ ਤੇ ਜਿੰਨਾ ਮਰਜ਼ੀ ਤੁਸੀਂ ਬੋਲ ਸਕਦੇ ਹੋ, ਪਰ ਮੈਂ ਸੰਖੇਪ ਜੀ ਵਿਚਾਰ ਕਰਨ ਲੱਗਾ। ਇਹਨੂੰ ਬਾਣੀ 'ਚ ਮਹਾਰਾਜ ਨੇ ਸਰੀਰ ਰੂਪੀ ਢਾਂਚੇ ਦੇ ਬਾਰੇ ਜੋ ਕਿਹਾ ਹੈ
ਬੰਦਿਆ ਤੈਨੂੰ ਕਿਤੇ ਸਮਝ ਆ ਜਾਏ ਆਪਣੇ ਸਰੀਰ ਦੀ, ਅਸੀਂ ਹੋਰ ਤਾਂ ਕੀ ਨੌਲੇਜ ਰੱਖਣੀ ਹੈ, ਘੱਟੋ ਘੱਟ ਆਪਣੇ ਸਰੀਰ ਦੀ ਨੌਲੇਜ ਸਾਨੂੰ ਆ ਜਾਏ, ਇਹਦਾ ਹੀ ਗਿਆਨ ਆ ਜਾਏ। ਮਹਾਰਾਜ ਨੇ ਕਿਹਾ ਬਾਣੀ ਵਿੱਚ ਕਹਿੰਦੇ ਢਾਂਚੇ ਦਾ ਪਹਿਲਾਂ ਜ਼ਿਕਰ ਕੀਤਾ ਭਗਤ ਰਵਿਦਾਸ ਜੀ ਨੇ, ਉਹਨਾਂ ਨੇ ਆਪਣੇ ਢੰਗ ਨਾਲ ਕਿਹਾ, ਕਹਿ ਲੱਗੇ हे परमात्मा अकाल पुरख वाहिगुरु जी, आह जो तू सानू शरीर बना के दिते है, इनू भगत रविदास जी ने किया। वो कह लगे जल की भीत पवन का थंबा रक्त गुंद का गारा, हाट मास नारी को पिंजर पंखी बसे बेचारा। आह शरीर का ढांचा बनाया परमात्मा ने साडा। ये जिन्हां ने वेख्या उन्हां दस्सिया भी इस तरह बनाया परमात्मा ने। पर जदों बाबा फरीद साहब नूं पुछदे हो ते बाबा फरीद साहब जी कहंदे 3.5 मन दिओरी चलै पानी अन्न, वो पानी अन्न का चलता आ जिहड़ा साडा शरीर है। मैं विचों विचों कुछ बेनतियां कर लग्या। रविदास भगत जी ने क्या कह लगे जल की पीत पवन का थंबा रक्त बूंद का गारा, हाड मास नाड़ी को पिंजर रब्बा, तेरे तो कुर्बान क्यों ना जाइए, तू हड्डियां ते मास नूं इकट्ठिया करके अंदर है की है, लहू मिर्च ही है ना सारी। ते वाहिगुरू दा शुक्र करिए जिन्हें साडे तन ते ना सोहना वस्त्र पा दिता। आ जिहड़ा साध संगत जी मास दा, मास दे अंदरले ढांचे च की है, तुसी देखो भी जे बाहरी चमड़ी ना वाहिगुरू परमात्मा साडी ये बनाउंदा ते बंदा चल सकदा सी अंदरले ढांचे नूं लैके संसार च। वेखो उस कारीगर दी हैरानगी जिन्हें इन्ना। फिर महाराज ने बाणी च गया, महाराज कहंदे तुसी उहदे तो कुर्बान जाओ जिन्हें एक वर्गा दूजा नहीं बनाया। मेरे प्रभ सच है, एक खेल रचाया। तुसी हैरान हो के साथ संगत जो बाणी असीं पढ़दे हैं ना, मैं कई बार बेनती करदा कि बाणी पढ़नी शुरू करो। जरूरी नहीं है कि तुसी एक महीने च भोग पा के छड़ना है, कोई लोड़ नहीं। साल लग जाएगा फिर की हो गया, 2 साल लग जाएंगे, कुछ नहीं हो चलिया। पर एक एक तोप एक एक पंक्ति नूं एक बार जिंदगी च जरूर सहज पाठ कर लो, जिन्ने हो जाण वधिया है। पर घट्टो घट जिहड़ा अपने आप को सिख अखवाउंदा ना, मेरी बेनती जे वो अपनी जिंदगी च एक बार जरूर वध कर लोगे तो चंगी गल है। पर घट्टो घट जिहड़ा सिख कहंदा ते जिहड़ा गुरु ग्रंथ साहब नूं मत्था टेकदा है ना, वो घट्टो घट ये वेखे भी इस रमालियां दे अंदर जिन्हों रोज आके मत्थे टेकदे हैं, इस दे विच है की है, क्यों सिर झुकाउने, क्यों झुक जाता सिर गुरु दे अगे आके। इस करके शुरू कर लो। ते कई बार कई सवाल करते जी असीं संथਿਆ नहीं कीती, वो कहते जी असीं बाणी गलत पढ़ लांगे पाप लग जाएगा। मेरी एक बेनती है तुहानूं, बाणी ना पढ़ना ते पाप हो सकता, बाणी पढ़ना पाप नहीं जी हुंदा। फिर समझियो, बाणी ना पढ़ांगे तो हो सकता पाप हो जाए, भी नहीं पढ़ते। बाणी पढ़ना कभी पाप नहीं जी हुंदा। कोई गल नहीं, जे गलत पढ़ी जाएगी तो गुरु सानूं कोई सजा नहीं देन लग्या भी इन्हें आ शब्द आ क्यों। मतलब हुण वेखो जिहड़े एडे एडे विद्वान ने जिन्हां ने बड़ियां सारी जिंदगी अंदर कढ दित्ती, बाणी ते पढ़दे पढ़दे कई बार उन्हां कोलों गलत पढ़ी जाती है। साडे कोलों भी कई शब्द गलत बोले जाते हैं, भावें अणजाणे विच भी बोले जाण, पर उहदा मतलब इह तो ना गुरु सजा दे देगा भी इन्हें शब्द गलत बोल दिता। गुरमुखो बाणी पढ़ोगे तो समझ अपने आप आएगी। जे अखर दी नहीं समझ आउंदी ते साडे कोले आके तुसीं आप बाणी पढ़दे कापी ते नोट करी चलो, जेड़ा शब्द तुहानूं उचारण च नहीं मुश्किल आउंदी है साडे कोलों आके पुछ लो भी आप इस तुक दी सानूं समझ नहीं लगी जां आ शब्द दा उचारण किवें असीं तुहानूं दा उचारण दस सकदे भी इस तरह कर लो। पढ़ो जरूर। मैं जिहड़ी बेनती कर लग्या कि साध संगत जदों इस गुरु ग्रंथ साहब विच वेखदे हन ते फिर हैरान हो जाईदा, महाराज तुसीं ते कमाल ही कर दित्ती। इत्थे गुरु अमरदास जी कह रहे ने 16 दी बाणी विच, महाराज कहते मेरा प्रभ सच एक खेल रचाया, मेरे प्रभु सच्चे ने एक खेल बनाता, केड़ा कोई ना किस ही जिहा उपाया। आ वेखो करते दी किरत किसे वर्गा। हाँ ठीक है, कई बार भुलेखा लग जाता सानूं थोड़ा बहुता भी ये तो फलाना बंदा, पर सत्संग भुलेखा थोड़ा बहुत लग सकता है, पर सेम किसे वर्गा कोई रब ने नहीं बनाया। एक करते दी खेड है। मेरे प्रभ सच है एक खेल रचाया, कोई न किसी जिहा पाया, आपे फर्क करे वेख विकसै। फर्क करे, समझ गए ना, फर्क कीता परमात्मा ने आपे फर्क बनाता। हुण फर्क कर करके ते खड़ाओ विच आउंदा, रब वेख वेख के खड़ाओ विच आउंदा है। ते सब रस देही महा है, मालिक ने सारा कुछ देही च पा दिता परमात्मा ने। एक पक्ष मैं रख रहा जी कि परमात्मा ने शरीर का ढांचा बनाया, जिन्हों बाणी ने कई रूपां च किया। हुण मैं अगली बेनती कर लग्या कि जो इस ढांचे नूं बनाया, 5 तत्त रखे परमात्मा ने, उन्हां 5 तत्तां नाल वाहिगुरू परमात्मा ने 5 औगण भी इहदे विच पा दित्ते ने। तुसीं कहोगे भी रब ने पाए, परमात्मा करते दियां सारियां चीज़ां ने।
ਜਿਹਨੂੰ ਅਸੀਂ ਕਹਿੰਦੇ ਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਵੀ ਪੰਜ ਤਾਂ ਪ੍ਰਮਾਤਮਾ ਦੇ ਬਣਾਏ, ਕਿਹੜੇ ਅਸੀਂ ਬਣਾਏ ਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੰਜ ਜਿਹੜੇ ਨੇ ਇਹ ਵੀ ਤਾਂ ਵਾਹਿਗੁਰੂ ਪ੍ਰਮਾਤਮਾ ਦੇ ਬਣੇ। ਜੇ ਇਹ ਨਾ ਹੋਣ ਤੇ ਸਾਧ ਸੰਗਤ ਇਹਨਾਂ ਪੰਜਾਂ ਦੀ ਜਦੋਂ ਵਿਆਖਿਆ ਵੱਖਰੀ ਹੋ ਜਾਣੀ ਹੈ, ਇਹ ਪ੍ਰਕਰਨ ਵੱਖਰਾ ਚਲੇ ਜਾਏਗਾ। ਪਰ ਕਦੀ ਧਿਆਨ ਮਾਰ ਕੇ ਦੇਖੋ, ਇਹ ਪੰਜ ਤੱਤਾਂ ਦੇ ਵੀ ਇਹ ਪੰਜ ਵਿਕਾਰ ਜਿਹਨੂੰ ਅਸੀਂ ਕਹਿੰਦੇ ਆ, ਇਹਨਾਂ ਦੇ ਵੀ ਇੱਕ ਗੁਣ ਨੇ। ਜੇ ਉਹਨਾਂ ਗੁਣਾਂ ਦੀ ਮੈਂ ਵਿਆਖਿਆ ਕਰਨ ਤੋਂ ਪਿਆ ਤੇ ਮੇਰੇ ਤੇ ਸਮਾਂ ਲੱਗ ਜਾਏਗਾ। ਫਿਰ ਕਿਤੇ ਆਇਆ ਕੋਈ ਪ੍ਰਕਰਨ ਤੇ ਆਪਾਂ ਵੇਖਾਂਗੇ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ, ਇਹਨਾਂ ਨੂੰ ਕਿਵੇਂ ਤਬਦੀਲ ਕਰਨਾ, ਇਹਨਾਂ ਨੂੰ ਕਿਵੇਂ ਸਤਿਗੁਰੂ ਨੇ ਕਿਹਾ ਇਹਨਾਂ ਦੀ ਤਬਦੀਲੀ ਕਿਸ ਤਰ੍ਹਾਂ ਹੋ ਸਕਦੀ ਹੈ। ਖੈਰ ਅੱਜ ਮੇਰਾ ਪ੍ਰਕਰਨ ਨਹੀਂ ਹੈ, ਮੈਂ ਜਿਹੜੀ ਬੇਨਤੀ ਕਰੇ ਇਹਦੇ ਚ ਪਰਮਾਤਮਾ ਨੇ ਉਹ ਵੀ ਰੱਖੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਰਮਾਤਮਾ ਨੇ ਜਿੱਥੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇਹੀ ਵਿੱਚ ਹੈ, ਉੱਥੇ ਪਰਮਾਤਮਾ ਨੇ ਗੁਣਾ ਰੂਪੀ ਅੰਮ੍ਰਿਤ ਵੀ ਇਹਦੇ ਵਿੱਚ ਭਰ ਕੇ ਰੱਖਿਆ ਹੋਇਆ ਹੈ। ਸਤਿਗੁਰੂ ਦੇ ਅਸੀਂ ਬਚਨ ਸੁਖਮਨੀ ਸਭ ਦੇ ਵਿੱਚ ਪੜ੍ਹਦੇ ਹੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਇਹ ਕਿੱਥੇ ਹੈ ਬਈ ਨੌ ਨਿਧ ਅੰਮ੍ਰਿਤ? ਦੇਹੀ ਮੈਂ ਇਸ ਕਾ ਵਿਸਰਾਮ। ਮਹਾਰਾਜ ਕਹਿੰਦੇ ਦੇਹੀ ਵਿੱਚ ਹੀ ਪਰਮਾਤਮਾ ਨੇ ਉਹ ਅੰਮ੍ਰਿਤ ਵੀ ਦੇਹੀ ਵਿੱਚ ਹੀ ਹੈ ਤੇ ਜ਼ਹਿਰ ਵੀ ਇਹਦੇ ਵਿੱਚ ਹੀ ਹੈ। ਇਹ ਅਸੀਂ ਦੇਖਣਾ ਵੀ ਜ਼ਹਿਰ ਦੇ ਨਾਲ ਜੁੜਨਾ ਹੈ ਕਿ ਅਸੀਂ ਅੰਮ੍ਰਿਤ ਨੂੰ ਪੀਣਾ ਹੈ। ਮਹਾਰਾਜ ਦਾ ਬਚਨ ਆਉਂਦਾ ਹੈ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਕਾਢ ਪੀਏ ਪਨਹਾਰੀ। ਮਹਾਰਾਜ ਕਹਿੰਦੇ ਅੰਦਰ ਪਰਮਾਤਮਾ ਨੇ ਅੰਮ੍ਰਿਤ ਦਾ ਖੂਹ ਬਣਾਇਆ ਹੋਇਆ ਸਾਡੇ ਸ਼ਬਦ ਦੇ ਨਾਲ। ਕੋਈ ਜੀਵ ਵਿਰਲਾ ਇਸ ਨੂੰ ਪੀ ਰਿਹਾ ਹੈ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਪਹਿਲਾਂ ਅਸੀਂ ਪਹਿਲੇ ਸ਼ਲੋਕ ਉੱਤੇ ਹੀ ਅਜੇ ਵਿਚਾਰ ਕਰ ਰਹੇ 11ਵੇਂ ਨੰਬਰ ਦੇ ਉੱਤੇ, ਜਿਹਦੇ ਚ ਮਹਾਰਾਜ ਕਹਿੰਦੇ ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਮੈਂ ਇਸ ਤੋਂ ਉੱਤੇ ਅਜੇ ਬੋਲ ਰਿਹਾ ਕਿ ਪ੍ਰਮਾਤਮਾ ਨੇ ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਪੰਜਾਂ ਗੁਣਾਂ ਨੂੰ ਜਾਣਨ ਲਈ ਪੰਜ ਗਿਆਨ ਇੰਦਰੇ ਨੇ। ਤੇ ਉਸ ਦੇਹੀ ਦੀ ਅਜੇ ਮੈਂ ਗੱਲ ਕਰ ਰਿਹਾ, ਇਸ ਸਰੀਰ ਦੀ। ਇਹਨੂੰ ਪਰਮਾਤਮਾ ਵਾਹਿਗੁਰੂ ਨੇ ਕਿਸ ਤਰ੍ਹਾਂ ਤਿਆਰ ਕੀਤਾ, ਢਾਂਚਾ ਸਾਡਾ ਬਣਾਇਆ ਹੈ। ਤੇ ਮਹਾਰਾਜ ਕਹਿੰਦੇ ਜਿੰਨੇ ਢਾਂਚਾ ਬਣਾ ਕੇ ਸਾਨੂੰ ਦਿੱਤਾ ਹੈ, ਅੱਗੇ ਮਹਾਰਾਜ ਕਹਿੰਦੇ ਉਹਦਾ ਸ਼ੁਕਰ ਕਰ ਪਰਮਾਤਮਾ ਦਾ। ਪੰਜ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿੱਤੋਂ ਪੈਦਾ ਹੋਇਆ ਉਹਦੇ ਵਿੱਚ ਲੀਨ ਤਾਂ ਹੋਏਗਾ ਜੇ ਜੁੜ ਸਕੇਗਾ। ਪਵਨ ਹੈ ਮੈਂ ਪਵਨ ਸਮਾਇਆ, ਉਹ ਵੀ ਤਤ ਹੀ ਹੈ ਨਾ, ਉਹਦੇ ਚ ਮਹਾਰਾਜ ਨੇ ਕਿਹਾ ਸਮਾ ਜਾਏਗਾ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਮਿੱਟੀ ਮਿੱਟੀ ਵਿੱਚ ਮਿਲ ਜਾਏਗੀ। ਰੋਮਣ ਹਾਰੇਗੀ ਕਵਣ ਟੇਕ। ਮਹਾਰਾਜ ਕਹਿੰਦੇ ਕਿਹਨੂੰ ਰੋਂਦੇ ਹੋ ਤੁਸੀਂ? ਇਹ ਪੰਜ ਤੱਤ ਸੀ, ਪੰਜਾਂ ਤੱਤਾਂ ਚ ਲੀਨ ਹੋ ਗਿਆ, ਰੋਂਦੇ ਕਿਹਨੂੰ ਜੇ? ਮਹਾਰਾਜ ਕਹਿੰਦੇ ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਵੀ ਮਿਲ ਕੇ ਕਿਸ ਗੱਲ ਦੀ ਵਿਚਾਰ ਤਾਂ ਕਰੋ ਵੀ ਮਰਿਆ ਕੌਣ ਹੈ। ਮਹਾਰਾਜ ਕਹਿੰਦੇ ਪੰਜ ਤੱਤ ਪੰਜਾਂ ਤੱਤਾਂ ਚ ਮਿਲ ਗਏ ਤੇ ਮਰੀ ਕਿਹੜੀ ਚੀਜ਼ ਹੈ ਭਾਈ? ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਇਹ ਤਾਂ ਚਲਤ ਪਿਆ, ਇਹ ਤਾਂ ਉਸ ਕਰਤੇ ਦੀ ਇੱਕ ਖੇਡ ਸੀ, ਚਲਤ ਸੀ, ਜਿਹੜਾ ਸਾਨੂੰ ਸਮਝ ਨਾ ਆਇਆ। ਹੁਣ ਮਹਾਰਾਜ ਦੀ ਬਾਣੀ ਵਿੱਚ ਅਸੀਂ ਹੁਣੇ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਮਹਾਰਾਜ ਨੇ ਕਿਹਾ ਸਰਬ ਭੂਤ ਆਪ ਵਰਤਾਰਾ। ਹੁਣ ਜਦੋਂ ਮੈਂ ਭੂਤ ਸ਼ਬਦ ਕਿਹਾ ਨਾ ਤੇ ਕਈਆਂ ਨੂੰ ਧਿਆਨ ਚਲਿਆ ਗਿਆ ਵੀ ਭੂਤ ਉਹ ਜਿਹੜੇ ਹੁੰਦੇ ਜਿਹੜੇ ਰਾਤ ਨੂੰ ਆ ਕੇ ਡਰਾਉਂਦੇ ਆ, ਜਾਂ ਮੜੀਆਂ ਦੇ ਕੋਲੋਂ ਦੀ ਨਹੀਂ ਲੰਘੀਦਾ। ਅਸੀਂ ਉਧਰ ਧਿਆਨ ਚਲੇਗਾ ਹੁਣ ਸਾਡਾ ਸਾਰਿਆਂ ਦਾ ਵੀ ਇਹ ਬਾਬਾ ਭੂਤਾਂ ਦੀ ਗੱਲ ਕਰਨ ਲੱਗਾ। ਭੂਤ ਸਾਡੇ ਸਰੀਰ ਨੂੰ ਕਿਉਂ? ਤੇ ਅਰਥ ਪੜ੍ਹ ਕੇ ਦੇਖਿਓ ਜੀ। ਸਰਬ ਭੂਤ, ਸਰ ਦਾ ਮਤਲਬ ਸਾਰੇ ਹੀ। ਹੁਣ ਇਹਨੂੰ ਕੀ ਸਮਝਾਂਗੇ ਵੀ ਮਹਾਰਾਜ ਸਾਨੂੰ ਭੂਤ ਕਹਿੰਦੇ ਸਾਨੂੰ ਸਾਰਿਆਂ ਨੂੰ? ਨਹੀਂ ਗੁਰਮੁਖੋ, ਮਹਾਰਾਜ ਦੀ ਬਾਣੀ 'ਚ ਹਰ ਸ਼ਬਦ ਦਾ ਇੱਕ ਅਰਥ ਨਹੀਂ ਹੁੰਦਾ। ਹਰ ਜਗ੍ਹਾ ਦੇ ਉੱਤੇ ਮੈਂ ਕਈ ਵਾਰ ਬੇਨਤੀ ਕਰ ਚੁੱਕਿਆ, ਹਰ ਜਗ੍ਹਾ ਤੇ ਹਰ ਸ਼ਬਦ ਦਾ ਇੱਕੋ ਅਰਥ ਨਹੀਂ ਜੇ ਹੁੰਦਾ। ਇੱਥੇ ਇਹਦਾ ਅਰਥ ਹੈ ਸਰੀਰ। ਸਰਬ ਭੂਤ ਸਾਰੇ ਸਰੀਰ, ਆਪ ਵਰਤਾਰਾ ਆਪ ਵਿੱਚ ਵਰਤ ਰਿਹਾ। ਸਰਬ ਨੈਣ, ਅੱਖਾਂ ਤੇ ਸਾਰੀ ਉਹਦੀਆਂ ਹੀ ਨਾ ਪਰਮਾਤਮਾ ਦੀਆਂ। ਸਰਬ ਨੈਣ ਆਪ ਵੇਖਣ ਹਾਰਾ। ਮਹਾਰਾਜ ਕਹਿੰਦੇ ਨੇ ਉਹ ਸਾਰੀਆਂ ਅੱਖਾਂ 'ਚ ਬੈਠਾ ਆਪ ਹੀ ਤਾਂ ਵੇਖ ਰਿਹਾ ਹੈ। ਜਿਹਨੂੰ ਸਤਿਗੁਰੂ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਕਿ ਘਟ ਘਟ ਮੈਂ ਹਰ ਜੂ ਬਸ ਹੈ, ਉਹਨੂੰ ਅਸੀਂ ਵਿਚਾਰਨਾ ਹੈ। ਪਹਿਲੇ ਸ਼ਲੋਕ ਸਿਰਫ 11ਵੇਂ ਨੰਬਰ ਦੀ ਮੈਂ ਵਿਚਾਰ ਪਹਿਲਾਂ ਕੀਤੀ ਹੈ ਕਿ ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿੱਤੋਂ ਪੈਦਾ ਹੋਏ ਉਹਦੇ ਵਿੱਚ ਲੀਨ ਹੋ ਜਾਣਾ ਜੀਵ ਨੇ। ਅੱਗੇ ਮਹਾਰਾਜ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਗੱਲ ਰੱਬ ਦੇ ਪਿਆਰੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ। ਘਟ ਘਟ ਦਾ ਮਤਲਬ ਹੋ ਗਿਆ ਹਰੇਕ ਹਿਰਦਾ। ਇਹਦੇ ਵਿੱਚ ਕੌਣ ਵਸਦਾ? ਪਰਮਾਤਮਾ। ਘਟ ਘਟ ਮੈਂ ਹਰ ਜੂ, ਹਰੀ ਪਰਮਾਤਮਾ ਵਸ ਰਿਹਾ ਹੈ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਗੱਲ ਤੁਹਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਅੰਦਰ ਹਰੀ ਵਸਦਾ ਹੈ ਤੇ ਫਿਰ ਸਾਡਾ ਸਰੀਰ ਵੀ ਹਰੀ ਦਾ ਮੰਦਿਰ ਕਿਉਂ ਨਹੀਂ ਬਣਿਆ?
मैं बाणी चो कहना जो भी कहांगा। हर मंदिर महाराज ने कहा, हर मंदिर ये जिहड़ा साडा शरीर है, महाराज ने कहा इहनूं हर मंदिर क्यों नहीं बनाया तू अपने शरीर में? हर मंदिर तां बनेगा जे अंदर वसदा हरी सानू समझ आ जाए। ये आना बहुत औखा साध संगत जी। जे हरी अंदर वसदा, महाराज ते घट घट कह रहे सारियां च, असीं ते खुद अपने च नहीं अजे वेख रहे, सारियां च ते वेखना बड़ी दूर की गल है ना। जिद्दन सारियां च वरता होया सानू समझ आ गया ना, फिर कौन ऊंच कौन नीम, कौन माड़ा कौन चंगा, किहदी बुराई किहदी चंगाई, ये गल्लां तो बंदा उपर उठ जाएगा। जो सतगुरु की बाणी च ये असीं वेखांगे ना कि परमात्मा सब दे अंदर बैठा, सारे मेरे अंदर दूजे अंदर भी। ते बाबा फरीद साहब जी कहते हैं जे तैनूं ये समझ आ जाए ना भी सारिਆਂ ਵਿੱਚ ਉਹ बैठा है, ते फिर याद रखी किसी का हिरदा ना दुखावी, जे हिरदा दिखावेगा तो तेनों वाहिगुरू नहीं मिलना। ये बाबे फरीद साहब के बचन ने, जिन्हें पहला कहा सी 3.5 मन दियोरी चले पानी आन, वही बाबा फरीद कह रहे जो तो पिया दी सिख, जे तेनों वाहिगुरू परमात्मा नूं मिलण दी तांग है, हियाव ना ठाए कई दा मानक सब अमोल है। ਇਹਦੇ ਅੰਦਰ बहुत अमोलक परमात्मा वाहिगुरू बैठा है। कहते हियाव ना ठाए कई दा, अपने ਇਹ ਕਿਸੇ ਦੇ ਹਿਰਦੇ ਨੂੰ ਦੁਖੀ ਨਾ ਕਰੀ। ਤੇ ਸਾਨੂੰ ਤੇ ਚੈਨ ਨਹੀਂ ਆਉਂਦਾ ਉਹਨਾਂ ਚਿਰ ਜਿੰਨਾ ਚਿਰ ਅਸੀਂ ਦਿਹਾੜੀ 'ਚ 2-4 ਨੂੰ ਦੁੱਖ ਨਾ ਦੇ ਲਈਏ, ਉਹਨਾਂ ਚਿਰ ਟਿਕਾ ਕਿਤੇ ਆਉਂਦਾ ਸਾਨੂੰ। ਕੋਈ ਗੱਲ ਨਹੀਂ ਹੁੰਦੀ। ਬਾਬਿਆਂ ਕੋਲੇ ਖਲੋ ਜਾਓ ਤੇ ਕਮੇਟੀ ਵਾਲਿਆਂ ਦੀਆਂ, ਕਮੇਟੀ ਵਾਲਿਆਂ ਕੋਲੇ ਖਲੋ ਜਾਓ ਤੇ ਬਾਬਿਆਂ ਦੀਆਂ। ਅਸੀਂ ਤੇ ਆਹੀ ਕੁਝ ਕਰੀ ਜਾਂਦੇ ਹਾਂ, ਅਜੇ ਤੱਕ ਸਾਨੂੰ ਇਹ ਤੋਂ ਨਹੀਂ ਉੱਪਰ ਉੱਠੇ। जो मर्जी कर लो, जिन्ने मर्जी पाठ कर लो करा लो, जो मर्जी लंगर कर लो। मेरी बेनती कही तुसीं क्यों ना बाबा शायद गुस्से च आ गया, नहीं मैं हैरान होना बंदिया तेरी सारी जिंदगी इन्हां कामां च लगी, जिन्ने मर्जी करा ला पाठ, जिन्ने मर्जी लंगर करा ला। जे तू बंदिया जे इत्थे बैठा ना, जे उत्थे खलो गया ते ओहदियां बुराइयां कर लियां, उत्थे खलो लिया ओहदियां बुराइयां कर लियां। की करन आउणे सी गुरुद्वारे च? इस काम वास्ते आउणे आ। ਉਹ ਗੁਰਮੁਖੋਂ ਇੱਥੇ ਆਉਣੇ ਅੰਮ੍ਰਿਤ ਲੈਣ। ਅੰਮ੍ਰਿਤ ਦੇ ਕੰਨਾਂ ਦੁਆਰਾ ਕਿਤੇ ਇੱਕ ਬੂੰਦ ਵੀ ਅੰਦਰ ਨਹੀਂ ਜਾਂਦੀ, ਜ਼ਹਿਰ ਭਰ ਕੇ ਤੁਰ ਜਾਂਦੇ ਆ ਘਰਾਂ ਨੂੰ। ਤੇ ਫਿਰ ਕਹਿੰਦੇ ਆ ਪਤਾ ਨਹੀਂ ਰੱਬ ਨੇ ਕਿਹੜੇ ਯੁੱਗ ਦਾ ਬਦਲਾ ਲਿਆ। ਰੱਬ ਨੇ ਨਹੀਂ ਬਦਲਾ ਲਿਆ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣੇ ਤੂੰ ਤੇ ਖੁਦ ਸਹੇੜਿਆ, ਤੈਨੂੰ ਕਿਸੇ ਨੇ ਦੁਖੀ ਕੀ ਕਰਨਾ ਸੀ। ਮੈਂ ਜਿਹੜੀ ਬੇਨਤੀ ਕਰ ਰਿਹਾ, ਖੈਰ ਬੇਨਤੀ ਮੈਂ ਭਾਵਨਾ ਨਾਲ ਹੀ ਕਰ ਰਿਹਾ। ਮਹਾਰਾਜ ਕਹਿੰਦੇ ਘੱਟ ਘੱਟ ਮੈਂ ਉਹ ਬੰਦਿਆ ਤੂੰ ਖੁਦ ਆਪਣੇ ਚ ਨਹੀਂ ਦੇਖਿਆ ਕਿਸੇ ਤੇ ਤੂੰ ਬਹੁਤ ਦੂਰ ਦੀ ਗੱਲ ਵੇਖਣ ਦੀ ਜਿੱਦਾਂ ਵੇਖ ਲਿਆ। ਉਹ ਕਹਿੰਦੇ ਨੇ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜਿਹਨੂੰ ਭਗਤ ਪੀਪਾ ਜੀ ਕਹਿੰਦੇ ਨੇ ਕਿ ਤੇਰਾ ਮੰਦਰ ਸਰੀਰ ਜਿਹੜਾ ਇਹ ਸਰੀਰ ਹੈ ਨਾ, ਇਹਨੂੰ ਮੰਦਰ ਬਣਾ ਲੈ, ਗੁਰਦੁਆਰਾ ਬਣਾ ਆਪਣੇ ਸਰੀਰ ਨੂੰ। ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਤੇ ਨਵ ਨਿਤ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ। ਰਾਮ ਕੀ ਦੁਆਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਪੀਪਾ ਪ੍ਰਣ ਮੈਂ ਪਰਮ ਤਤ ਹੈ, ਸਤਿਗੁਰ ਹੋਈ ਲਖਾਵੇ। ਇਹਨੂੰ ਹੁਣ ਕਿਵੇਂ ਬਣਾਈਏ ਹਰਮੰਦਰ? ਭਗਤ ਜੀ ਕਹਿੰਦੇ ਨੇ, ਰਾਮਾਨੰਦ ਜੀ ਕਹਿੰਦੇ ਮੈਂ ਤਾਂ ਭਾਈ ਬਣਾ ਲਿਆ ਜੀ ਇਸ ਨੂੰ। ਹੁਣ ਉਹਨਾਂ ਭਗਤਾਂ ਤੁਸੀਂ ਤੇ ਸਿੱਖਿਆ ਹੀ ਲੈ ਸਕਦੇ ਆ ਨਾ। ਕਹਿੰਦੇ ਮੈਂ ਬਣਾ ਲਿਆ ਇਸ ਨੂੰ, ਆਪਣਾ ਹਰਮੰਦਰ ਬਣਾ ਲਿਆ ਸਰੀਰ ਨੂੰ। ਹੁਣ ਮੈਂ ਬੇਨਤੀ ਜਿਹੜੀ ਅਗਲੇ ਸ਼ਲੋਕ ਤੇ ਬੋਲ ਰਿਹਾ ਕਿ ਘਟ ਘਟ ਮੈਂ ਹਰਜੂ ਬਸੈ। ਜਿਨ੍ਹਾਂ ਨੇ ਸਮਝ ਲਿਆ ਘਟ ਘਟ ਚ ਹਰਜੂ ਬਸਿਆ, ਉਹਨਾਂ ਨੇ ਪਹਿਲਾਂ ਆਪਣੇ ਸਰੀਰ ਨੂੰ ਹਰਮੰਦਰ ਬਣਾਇਆ। ਆਪਣੇ ਸਰੀਰ ਨੂੰ ਪਹਿਲਾਂ ਉਹਨਾਂ ਧਾਰਮਿਕ ਸਥਾਨ ਬਣਾ ਲਿਆ। ਤੇ ਭਗਤ ਰਾਮਾਨੰਦ ਜੀ ਕਹਿੰਦੇ ਕਦ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਹੁਣ ਘਰ 'ਚ ਜਿਹਦਾ ਬੈਠਾ ਸੀ ਉਹਦੇ ਨਾਲ ਸਾਂਝ ਪੈ ਗਈ। ਜਿਹਨੂੰ ਲੱਭਣ ਚੱਲਿਆ ਸੀ ਨਾ, ਜਿਹਨੂੰ ਇੱਧਰ ਉੱਧਰ ਲੋਕੀ ਭਾਲਦੇ ਫਿਰਦੇ ਐ, ਉਹ ਕਹਿੰਦੀ ਉਹ ਤੇ ਪਤਾ ਲੱਗ ਗਿਆ ਵੀ ਅੰਦਰ ਹੀ ਬੈਠਾ ਸੀ, ਲੱਭਣ ਕਿੱਥੇ ਚੱਲੇ ਉਹਨੂੰ। ਤੇ ਤੁਸੀਂ ਹੁਣ ਦੇ ਅਰਥ ਉਲਟ ਨਾ ਕੱਢ ਲਿਓ, ਜੇ ਪਤਾ ਨਹੀਂ ਨਾ ਹੁੰਦਾ ਗੱਲ ਕਦੋਂ ਤੁਰ ਜਾਣੀ। ਅੱਜ ਕੱਲ ਤਾਂ ਮੀਡੀਆ ਦਾ ਯੁੱਗ ਆ, ਅਗਲਾ ਭੋਰਾ ਕਿ ਜਿੰਨੀ ਮੂਵੀ ਬਣਾਉਂਦਾ ਮਿੰਟ ਕਦੀ ਜਲੂਸ ਕੱਢ ਦਿੰਦੇ ਫਿਰ ਵੀ ਉਹ ਵੇਖੋ ਜੀ ਐ ਕਰ ਦਿੱਤਾ। ਭਾਵੇਂ ਅਗਲੇ ਦੀ ਪੂਰੀ ਗੱਲ ਉਹ ਕੀ ਕਹਿਣਾ ਚਾਹੁੰਦਾ, ਉਹਨੇ ਕੀਰਤਨ ਕੀ ਕੀਤਾ, ਉਹਨੇ ਸ਼ਬਦ ਕੀ ਪੜਿਆ, ਇਹਦੇ ਤੇ ਧਿਆਨ ਨਹੀਂ, ਬਸ ਮਿੰਟ ਕਦੀ ਪਾ ਕੇ। ਫਿਰ ਲੋਕ ਵੀ ਨਾ, ਮੈਂ ਤਾਂ ਅੱਗੇ ਵੀ ਕਈ ਵਾਰ ਗਿਆ, ਫਿਰ ਰਾਤੋਂ ਰਾਤ ਇੰਨੀ ਘਮਾਉਂਦੇ ਆ ਨਾ, ਬੱਲੇ ਬੱਲੇ। ਤੇ ਜੇ ਕੋਈ ਚੰਗੀ ਗੱਲ ਹੋਵੇ ਕਹਿੰਦੇ ਛੱਡ ਪਰਾਂ, ਇਹਦਾ ਤੇ ਆਪਾਂ ਨੂੰ ਪਤਾ ਹੀ ਆ। ਤੇ ਦੂਜੀ ਹੋਵੇ ਫਿਰ ਰਾਤੋਂ ਰਾਤ ਘਮਾਉਂਦੇ ਆ ਵੀ ਹੁਣ ਰਹਿ ਨਾ ਜਾਵੇ ਕੋਈ। ਤੇ ਮੈਂ ਆ ਪਿੱਛੇ ਜੇ ਇੱਕ ਇੰਟਰਵਿਊ ਸੁਣੀ ਆ, ਉਹ ਕਹਿੰਦੇ ਫਸ ਜਾਣਗੇ ਉਹ ਵੀ ਬੰਦੇ ਜਿਹੜੇ ਮੂਵੀਆਂ ਗਾਹ ਦੀ ਗਾਹ ਭੇਜਦੇ ਆ ਨਾ ਦੂਜਿਆਂ ਦੀਆਂ। ਉਹ ਕਹਿ ਰਹੇ ਸੀ ਉਹ ਕੋਈ ਜਿਨ੍ਹਾਂ ਦਾ ਇਹ ਕੰਮ ਹੈ, ਉਹ ਕਹਿੰਦੇ ਜੇ ਕਿਤੇ ਉਹਨਾਂ ਲੋਕਾਂ ਨੂੰ ਕਾਨੂੰਨਾਂ ਦਾ ਨਹੀਂ ਪਤਾ, ਜਿੱਦਣ ਕਿਤੇ ਕਾਨੂੰਨ ਦੇ ਦਾਇਰੇ 'ਚ ਆ ਗਏ ਤੇ ਅੱਗੋਂ ਜਿਹੜੇ ਫਾਰਵਰਡ ਕਰਨ ਵਾਲੇ ਆ ਫਸ ਉਹਨਾਂ ਨੇ ਵੀ ਜਾਣਾ। ਤੇ ਪਰ ਉਹ ਕਹਿੰਦੇ ਸਾਡਾ TRPਆਂ ਵੱਧ ਜਾਣ, ਪਤਾ ਨਹੀਂ ਕੀ ਇੱਥੋਂ ਵਧਾਉਂਦੇ ਆ ਕੀ ਕਰਦੇ ਆ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ,
ਤੁਸੀਂ ਇਹ ਨਾ ਕਿਉਂ ਵੀ ਹੁਣ ਭਾਈ ਤਾਂ ਕਹਿ ਰਿਹਾ ਵੀ ਗੁਰਦੁਆਰਾ ਸਰੀਰ ਹੀ ਬਣਾ ਲੈਣਾ ਤੇ ਫਿਰ ਘਰੇ ਬੈਠੇ ਬਣਾ ਲੈਣੇ ਗੁਰਦੁਆਰਾ, ਫਿਰ ਕੀ ਲੈਣਾ ਉੱਥੇ। ਇਹਦੇ ਅਰਥ ਇਹ ਨਾ ਕੱਢ ਲਿਓ ਜੀ, ਇਹ ਗੁਰਮਤਿ ਦਾ ਸਕੂਲ ਹੈ। ਗੁਰੂ ਨਾਨਕ ਦੇ ਘਰ ਵਿੱਚ ਇਹਨੂੰ ਕੀ ਕਹਿੰਦੇ ਆਪਾਂ? ਗੁਰਮਤਿ ਦਾ ਸਕੂਲ। ਗੁਰਦੁਆਰਾ ਕੀ ਹੈ? ਗੁਰਮਤਿ ਦਾ ਸਕੂਲ। ਇਹ ਸਕੂਲ ਹੈ ਤੇ ਇੱਥੇ ਅਸੀਂ ਆਏ ਹਾਂ ਕਲਾਸ ਲਾਉਣ ਵਾਸਤੇ। ਤੇ ਜਿਹੜਾ ਕੋਈ ਕਵੇ ਸਕੂਲ ਜਾਣ ਦੀ ਲੋੜ ਹੀ ਨਹੀਂ, ਘਰੇ ਕਿਤਾਬਾਂ ਜਾ ਕੇ ਰੱਖ ਲੈ, ਵੀ ਕੀ ਲੋੜ ਹੈ? ਇਹ ਗੁਰਮਤਿ ਦਾ ਸਕੂਲ ਹੈ। ਇੱਥੇ ਅਸੀਂ ਆਉਨੇ ਆ ਸਾਧ ਸੰਗਤ ਜੀ। ਇਸ ਸਕੂਲ ਵਿੱਚੋਂ ਮੈਂ ਨਹੀਂ ਕੋਲੋਂ ਨਹੀਂ ਕੁਝ ਕਹਿ ਰਿਹਾ, ਬਾਣੀ ਚੋਂ ਕਹਿ ਰਿਹਾ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਇਹ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੇ ਇਹ ਸਕੂਲ ਬਣਾਇਆ ਹੋਇਆ ਹੈ। ਮੇਰੇ ਕੋਲ ਜੇਲ੍ਹ ਵਿੱਚੋਂ ਇੱਕਦਮ ਪੰਕਤੀ ਵਿਸਰ ਗਈ, ਜਿੱਦਾਂ ਹਰ ਸਿੱਖਾ ਉਹਦਾ ਮਤਲਬ ਇਹ ਬਣਦਾ ਹੈ, ਪਰਮਾਤਮਾ ਨੇ ਇਹ ਜਿਹੜਾ ਸਕੂਲ ਬਣਾਇਆ ਗੁਰਮਤਿ ਦਾ, ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਤੂੰ ਇੱਥੋਂ ਆ ਕੇ ਸਿੱਖ ਕੁਝ। ਅਸੀਂ ਆਉਨੇ ਆ ਤੇ ਆ ਸਾਰਾ ਕੁਝ ਸਿੱਖ ਕੇ ਲੈ ਕੇ ਜਾਣਾ, ਇਹਦੇ ਤੇ ਮੁੜ ਕੇ ਵਰਕ ਕਰਨਾ ਹੈ। ਜਿਵੇਂ ਸਾਨੂੰ ਕੰਮ ਮਿਲਦਾ, ਘਰੇ ਜਾ ਕੇ ਅਸੀਂ ਉਹਦੇ ਤੇ ਜੋ ਕੰਮ ਮਿਲਿਆ ਹੈ ਉਸ ਨੂੰ ਜਾ ਕੇ ਇੱਕ ਵਾਰ 2-3 ਵਾਰ ਪੜ੍ਹਦੇ ਆ, ਫਿਰ ਯਾਦ ਕਰਦੇ ਆ ਵੀ ਇਹ ਸਾਡੇ ਤੋਂ ਟੀਚਰ ਨੇ ਸੁਣਨਾ ਹੈ, ਜਿਹਨੂੰ ਹੋਮਵਰਕ ਕਹਿ ਸਕਦੇ ਆਪਾਂ। ਆ ਜੋ ਕੁਝ ਆਉਨੇ ਆ ਗੁਰਦੁਆਰੇ ਹੋਮਵਰਕ ਲੈਣ ਵਾਸਤੇ ਆਉਨੇ, ਜਿਹੜਾ ਘਰੇ ਜਾ ਕੇ ਕਰਨਾ ਪੜ ਕੇ। ਪਰ ਮਾਫ ਕਰਿਓ, ਹੋਮਵਰਕ ਤਾਂ ਆਪਾਂ ਉੱਤੇ ਸੁੱਟ ਜਾਂਦੇ, ਉਹ ਤਾਂ ਘਰੇ ਖੜਦੇ ਹੀ ਨਹੀਂ, ਆਪਾਂ ਲੰਗਰ 'ਚ ਸੁੱਟ ਜਾਂਦੇ ਜਾਂ ਗੁਰਦੁਆਰੇ ਦੇ ਗੇਟ ਤੋਂ ਉਹਦੇ ਡਿੱਗ ਪੈਂਦਾ ਸਾਰਾ ਹੋਮਵਰਕ। ਕੋਈ ਵਿਰਲੇ ਜਿਹੜੇ ਲੈ ਜਾਂਦੇ ਆ ਘਰੇ, ਤੇ ਬਾਕੀ ਦੀਆਂ ਕਾਪੀਆਂ ਇੱਥੇ ਰਹਿ ਜਾਂਦੀਆਂ ਨੇ। ਉਹ ਮੁੜ ਕੇ ਅਗਲੇ ਐਤਵਾਰ ਆਉਂਦੇ ਕਾਪੀ ਲੱਭਦੇ ਫਿਰਦੇ, ਉਹ ਕਾਪੀ ਕਿੱਥੇ ਲੱਭਣੀ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਮਹਾਰਾਜ ਕਹਿ ਰਹੇ ਨੇ ਇਹਨੂੰ, ਰਾਮਾਨੰਦ ਜੀ ਕਹਿੰਦੇ ਮੈਂ ਗੁਰਦੁਆਰਾ ਬਣਾ ਲਿਆ, ਮੰਦਰ ਬਣਾ ਲਿਆ। ਕਿਵੇਂ ਬਣਾਇਆ ਜੀ? ਕਹਿੰਦੇ ਕੱਤ ਜਾਈਏ ਰੇ ਘਰ ਲਾਗੋ, ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ, ਪੰਗ ਏਕ ਦਿਵਸ ਮਨ ਭਈ ਮੰਗ, ਕਸ ਚੰਦਰ ਚੁਆ ਬਹੁ ਸਗੰਧ, ਪੂਜਣ ਚਾਲੀ ਬ੍ਰਹਮ ਠਾਇਓ, ਸੋ ਬ੍ਰਹਮ ਬਤਾਇਓ ਗੁਰ ਮਨ ਹੀ, ਮੈਂ ਜਹਾਂ ਜਾऊं ਤੈ ਜਲ ਪਖਾਣ, ਆਹ ਘਟ ਘਟ ਮੈਂ ਆਤੀ ਬਸੇ। जहां जाऊं तै जल पखान, तू पूर रहे है सब समान, वेद पुराण सब देखै जोए, आ है घट घट मैं आजू बसै। ऊहां तो जाइए जो इहां ना होए, सतगुर मैं बलिहारी तोर, जिन सकल बिगल भ्रम काटे, वो रामानंद स्वामी रमत ब्रह्म, गुर का शब्द काटे कोट कर्म। रामानंद जी कहते ये गल मैनू मेरे गुरु ने सिखा दी, ये गल मैनू गुरु ने दस दी कि इस शरीर नू तू हरमंदर बनाना है। हर मंदिर वस्त अनेक है, 12 ਤੇ ਵਧੀਕ ਵਿੱਚ ਬਚਨ ਆਉਂਦਾ ਹੈ, ਹਰ ਮੰਦਰ ਵਸਤ ਅਨੇਕ ਹੈ, ਨਾਮ ਨਿਦ ਨਾਮ ਸੰਭਾਲ, ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਭਾ ਹਰ ਭਾਲ, ਵੱਡ ਭਾਗੀ ਗੜ ਮੰਦਰ ਖੋਜਿਆ, ਜਿਨ੍ਹਾਂ ਨੇ ਖੋਜ ਲਿਆ ਆਪਣੇ ਸਰੀਰ ਨੂੰ, ਮਾਰੇ ਕੇਂਦਰ ਨੂੰ ਵਸਤੂ ਮਿਲ ਗਈ। ਉਹਨੂੰ ਪਤਾ ਲੱਗ ਗਿਆ ਕਿ ਇਸ ਦੇਹੀ ਅੰਦਰ परमात्मा वाहिगुरु ने नौ निधि अमृत प्रभ का नाम दे ही मैं इसका विश्राम रखा होया। परमात्मा ने जिन्हों ये समझ आ जाती है ना, उन्होंने पता लग जाता कि यह शरीर का ढांचा, जितों गल शुरू की फिर समाप्ति वाले बने आने लगे हैं। पहला गल महाराज ने की शरीर का ढांचा बनाया वाहिगुरु ने, 5 तत्तां तो ढांचा बनाने वाले ने बाहर नहीं किते चलिया गया, वो ढांचा बना के आप भी विच बैठा है। सतगुरु महाराज के अगले श्लोक च कहते जिहड़ा अंदर बैठा शरीर के ढांचे बनाने वाला, ਉਹਦੇ ਨਾਲ ਜੀਵ ਤੂੰ ਜੁੜ ਤੇ ਕੱਲਾ ਆਪ ਨਹੀਂ, ਉਹਨੂੰ ਸਾਰਿਆਂ ਵਿੱਚ ਤੱਕਣ ਦੇ ਯਤਨ ਕਰ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ। हे ਮੇਰੇ ਮਨਾ ਤੂੰ ਉਹਨੂੰ ਯਾਦ ਕਰ ਤੇ ਮਹਾਰਾਜ ਮਿਲੇਗਾ ਕੀ ਇਹਦੇ ਬਦਲੇ ਵਿੱਚ। ਭਉ ਨਿਧ ਉਤਰੈ ਪਾਰ, ਭਉ ਨਿਧ ਦਾ ਭਉ ਹੋ ਗਿਆ ਡਰ, ਨਿਧ ਮੈਣੇ ਹੋ ਗਿਆ ਆ ਜਿਹੜਾ ਸਾਗਰ ਹੈ। ਮਹਾਰਾਜ ਕਹਿੰਦੇ ਸੁੱਖ ਦੁੱਖਾਂ ਦਾ ਸਾਗਰ ਜਿਹੜਾ ਹੈ ਨਾ, ਇਹਦੇ ਵਿੱਚੋਂ ਤਰਨ ਦਾ ਇੱਕ ਹੀ ਤਰੀਕਾ ਹੈ। ਜਿਵੇਂ ਭਾਈ ਸਾਹਿਬ ਨੇ ਉਹਨੇ ਸ਼ਬਦ ਵੀ ਸਰਵਣ ਕਰਵਾਏ ਨੇ, ਰਾਮ ਸਿਮਰ ਪਛਤਾਹੇਗਾ ਮਨ। ਇਹ ਕਈ ਵਾਰ ਪਹਿਲਾਂ ਮੈਨੂੰ ਵੀ ਇਸ ਤਰ੍ਹਾਂ ਲੱਗਿਆ ਜਦੋਂ ਸਮਝ ਨਹੀਂ ਸੀ ਬਾਣੀ ਦੀ ਆਉਂਦੀ, ਵੀ ਕਬੀਰ ਸਾਹਿਬ ਕਹਿੰਦੇ ਰਾਮ ਸਿਮਰ ਪਛਤਾਹੇਗਾ, ਜਦੋਂ ਰੱਬ ਨੂੰ ਸਿਮਰੇਗਾ ਤੇ ਬੜਾ ਪਛਤਾਹੇਗਾ। ਮੈਂ ਸਮਝਦਾ ਸੀ ਇਦਾਂ ਕਿਵੇਂ ਹੋ ਸਕਦਾ ਵੀ ਰੱਬ ਨੂੰ ਸਿਮਰ ਕੇ ਬੰਦਾ ਪਛਤਾ ਕਿਵੇਂ ਸਕਦਾ। ਕਬੀਰ ਸਾਹਿਬ ਕਹਿੰਦੇ ਰਾਮ ਸਿਮਰ ਪਛਤਾਹੇਗਾ। ਉਹ ਸਮਝ ਬਾਅਦ ਵਿੱਚ ਆਈ ਵੀ ਇਹਨੂੰ ਤੁਕ ਨੂੰ ਇਸ ਇਕੱਲੇ ਸ਼ਬਦ ਨੂੰ ਵੱਖਰਾ ਕਰਕੇ ਪੜ੍ਹਨਾ ਪੈਣਾ, ਤਾਂ ਉਹਦੀ ਸਮਝ ਆਉਣੀ ਹੈ। ਰਾਮ ਸਿਮਰ ਰਮੇ ਹੋਏ ਨੂੰ ਸਿਮਰ, ਅੱਗੇ ਰੁਕਣਾ ਪੈਣਾ। ਪਛਤਾਹੇਗਾ ਮਨ, ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਕਈ ਸ਼ਬਦਾਂ ਦੀ ਵਿਆਖਿਆ ਮਗਰੋਂ ਸ਼ੁਰੂ ਹੁੰਦੀ ਹੈ, ਪਿਛਲੇ ਅੱਖਰ ਤੋਂ। ਮਨਾ ਰਾਮ ਨੂੰ ਸਿਮਰ ਲੈ, ਨਹੀਂ ਸਿਮਰਿਆ ਤੇ ਪਛਤਾਉਣਾ ਪਏਗਾ, ਇਹਦੀ ਵਿਆਖਿਆ ਐਵੇਂ ਹੋਏਗੀ।
तो वो महाराज कहते हैं सिमर उसनूं याद कर परमात्मा नूं। गुरु तेग बहादुर जी कह रहे हैं कि घट घट मैं हर जू बसै संतन कहो पुकार कहो नानक तेह भज मना भाव निधि उतरे पार। जे इस भव सागर नूं पार करना है, भवजल तो तरना है, तेन वाहिगुरु परमात्मा परमेश्वर नूं याद करना पएगा, उसनूं सिमरना पएगा। बाणी बार बार इस गल दे उत्ते जोर दिंदी है कि वाहिगुरु दा सिमरन करिए, उन्हों याद करिए, क्योंकि साध संगत जी उस दिन का किसी को कोई नहीं पता जिस दिन ये पांच तत्त पंजा तत्तां च लीन होने हैं ना, उदन की समझ नहीं किसी को आनी। तो फिर जो मिल गए बंदा बाद विच गए उदों तो ना कुछ कर सकते हैं, ना साडे बस कुछ होना है, ना तो जन्म तो पहला कुछ होना, ना मरण तो बाद कुछ होना। इन्ना समा जिहड़ा सानूं मिलिया ना जन्म तो बाद ते मरण तो पहला वाला, इहदे विच ही है जे वाहिगुरु परमात्मा नूं याद कर लईए। जिन्हां ने कीता उन्होंने सानूं दस दिता कि इस भव सागर नूं तुहानूं रब नूं जपना पएगा। जिन्हें शरीर का ढांचा बनाया, बना के सानूं सोहनी देही दित्ती है, ते देही दे विच आप बैठा होया परमात्मा, उन्होंने याद करके साडे लोक सुखीए ते परलोक सेवले हो सकते हैं। वाहिगुरू कृपा करे गरीब निवास सच्चे पातशाह महाराज जी ये 11वां ते 12वां नंबर श्लोक जिसकी असीं विचार की है, जिहदे च महाराज ने पहले श्लोक च कह दिता भी पंजा तत्तां दा शरीर बनाया, ढांचा वो बना के ते परमात्मा इहदे विच ही है। अगले च कह दिता कि जिन्हें सारा कुछ बनाया उन्होंने अपने अंदर भी ते दूसरियां दे अंदर भी सब दे अंदर वेखण दा यतन करो परमात्मा वाहिगुरू नूं। ते याद रखियो जो सब दे अंदर वेखण दी गल आवेगी ना ते मां बाप विच भी दिसेगा, भैन भरा विच भी दिसेगा, सज्जना मित्रां दोस्तां विच भी दिसेगा। फिर ये गल बन जाएगी कि ना को बैरी नहीं बेगाना, सगल संग हमको बने, सबको मीत हमें अपन कीना, हम सबना के साजन। महाराज ने साध संगत जी मैं समाप्ति कर लग्या, चलो कुदरती मेरे सामने वो प्रमाण आ गया कि वेखण वाला कोई है भी। गुरु ने तो चलो वेखे ही घट घट च भगतां ने भी वेख्या, ते कुदरती समाप्ति करदे मेरे दिमाग च आ गया कदम भी जे कोई सवाल करे भी सिखा च भी किसी ने वेख्या ते आनंदपुर दी वो जंग देख लो, जिस जंग दे विच भाई कन्हैया जी पानी पिया रहे हैं। कुदरती आ गई गल भी समाप्ति करदे मैं घट घट मैं हाजिर बसे वो जिन्हों ने असर किया उन्होंने दस दिता भी हाँ वेख्या जा सकता है। पानी पियाया, महाराज जी को आके शिकायत की, क्योंकि शिकायतों वाले भी नाल ही होंदे ना, उन्होंने वेख्या भी कन्हैया तो बल्ले बल्ले बड़ी हो रही है। तो फिर इतना बंदा करता ना भज के फिर जाते प्रबंधकों को भी कोई ना कोई करिए है ज्यादा बंदा नहीं ना कोई ना कोई वो भी आ गए। महाराज ये शुरू तो चलता है, चलता रहना, घबराना नहीं चाहिए इन्होंने गलों। महाराज को आ गए, महाराज और कन्हैये वेले वेखो महाराज मार मार के सुटते हैं तो पानी पिलाउंदा रल गया दुश्मनों नाल। गुरु वो है ਜਿਹੜਾ ਕੰਚਣ ਬਣਾ ਦੇ ਨਾ, ਗੁਰੂ ਕੰਨਾਂ ਦਾ ਕੱਚਾ ਹੁੰਦਾ ਵੀ ਲਿਆਓ ਫੜ ਕੇ ਇਹਨੂੰ ਪਹਿਲਾਂ ਡਾਂਗ ਵਾਈਏ ਵੀ ਇਹਨੂੰ ਪਾਣੀ ਪਿਆਉਣ ਲਾਇਆ। ਮਹਾਰਾਜ ਕਹਿੰਦੇ ਨਹੀਂ ਕੋਈ ਗੱਲ ਨਹੀਂ, ਸੱਦਦੇ ਆ। ਮਹਾਰਾਜ ਨੇ ਸੱਦਿਆ ਭਾਈ ਕਨ੍ਹਈਏ ਨੂੰ, ਕਹਿੰਦੇ ਪਤਾ ਲੱਗਿਆ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਭਾਈ ਕਨ੍ਹਈਆ ਕਹਿੰਦਾ ਮਹਾਰਾਜ ਕਿਹੜੇ ਦੁਸ਼ਮਣ ਨੂੰ ਪਾਣੀ ਪਿਆ ਹੈ? ਮਹਾਰਾਜ ਕਹਿੰਦੇ ਸ਼ਿਕਾਇਤ ਆਈ ਹੈ। ਤੇ ਵੇਖੋ ਸਿੱਖ ਦਾ ਉਹ ਘਟ ਘਟ ਮੈਂ ਹੱਥ ਬਸੇ ਵਾਲੀ ਗੱਲ ਕਹਿੰਦਾ ਮਹਾਰਾਜ ਰੋਜ਼ ਹੀ ਤਾਂ ਕਹਿੰਦੇ ਹੋ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ, सब को मीत हमें अपन कीना। महाराज कहते आप महाराज आप ही तो तुसीं उपदेश रोज दिंदे हो भी सारिਆਂ चों बैठा। पिता जी के श्लोक रोज पढ़े जाते हैं कि घट घट मैं हरजू बसे, ये बाणी गुरु तेग बहादुर साहब की है। तो महाराज पिता जी का तां मैं जिक्र किया गुरु तेग बहादुर साहब की, ते भाई कन्हैया जी गुरु गोबिंद सिंह कह रहे महाराज पिता जी के आप शब्द सुर सुनते हैं घट घट में वो जो वस रहा तो मैं दुश्मन किहड़े नूं पानी पिलाया। गुरु तो समझदा सी इस गल नूं। महाराज ने सारिਆਂ ਨੂੰ कोल सद लिया। सद के महाराज कहते हैं इस कन्हैये की अवस्था सचमुच वो बन गई है जिथे सब घट राम बोले, रामा बोले राम बिना को बोले। इहदा ते गुरु दे विच अंतर कोई नहीं रह गया, ये अभेद हो गया है। इन्हें समझ ली सारी गल ते महाराज ने अगों कमाल ही कर दी। महाराज कहते हैं मलम ते पट्टी दे के कहते लै कन्हैया हुण जिथे तू सानू उन्हें तो यह शब्द आपां इतिहास सुणाउंदे उन्होंने कहा महाराज मैं तो ये वेखदा जिहड़ा बुक करदा उस ते मैनूं गुरु गोबिंद सिंह ही दिसदा है, मैनूं नहीं पता वो मुसलमान है ईसाई है सिख है कौन है कौन नहीं। महाराज बुक करदा जिहड़ा कहंदा पानी पिया दे मैनूं तो उहदे च तुहाडा चेहरा नजर आउंदा। ते महाराज कहंदे मलम पट्टी दे के कहंदे लै साडे शरीर ते मलम पट्टी भी कर हुंदा। ਇਹਦਾ मतलब जिन्हों ने वेख्या उन्होंने थानू दस दिता इदा वेख्या जा सकता। सब के अंदर वाहिगुरू कृपा करे सोझी आ जाए। मैं केवल कह रहा
ਤੇ ਅਰਦਾਸ ਆਪਾਂ ਸਾਰਿਆਂ ਹੀ ਕਰਨੀ ਰਲ ਮਿਲ ਕੇ। ਵਾਹਿਗੁਰੂ ਸਾਨੂੰ ਸਾਰਿਆਂ ਨੂੰ, ਇਹ ਨਹੀਂ ਕਿ ਤੁਹਾਨੂੰ ਕਹਿ ਰਿਹਾ, ਸਾਨੂੰ ਸਾਰਿਆਂ ਨੂੰ ਸਮਤ ਦੇਵੇ ਵਾਹਿਗੁਰੂ ਪਰਮਾਤਮਾ, ਕਿ ਸਾਡੇ ਅੰਦਰ ਨਫ਼ਰਤ ਦੇ ਬੀਜ, ਸਾਡੇ ਅੰਦਰ ਦਵੈਸ਼, ਈਰਖਾ, ਇਤ ਆਦਿਕ ਦਾ ਇਹ ਔਗਣ ਵਾਹਿਗੁਰੂ ਕੱਢ ਦੇਵੇ ਤੇ ਸਾਨੂੰ ਸਮਝ ਲੱਗ ਜਾਏ ਕਿ ਹਿਆਉ ਨਾ ਠਾਏ ਕਹੀ ਦਾ ਮਾਨਕ ਸਭ ਅਮੋਲ ਵੇ। ਜੇ ਤਾਂ ਪਿਰਿਆ ਦੀ ਸਿੱਖ ਜਿੰਦ ਨੂੰ ਰਾਏ ਵਾਹਿਗੁਰੂ ਨਾਲ ਮਿਲਣ ਦਾ ਚਾਹ ਹੈ ਨਾ, ਫਿਰ ਦਿਲ ਨਾ ਦੁਖਾ ਕਿਸ ਦਾ, ਕਿਉਂਕਿ ਉਹਦੇ ਵਿੱਚ ਰੱਬ ਬੈਠਾ ਹੋਇਆ ਹੈ। ਮਹਾਰਾਜ ਕਹਿ ਰਹੇ ਨੇ ਘਟ ਘਟ ਮੈਂ ਹਰਜੂ ਬਸੇ ਸੰਤਨ ਕਰਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ ਪਾਉ ਨਿਧਿ ਉਤਰੈ ਪਾਰ। ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨ ਤੈਨੂੰ ਇਸ ਭਵ ਸਾਗਰ ਤੋਂ ਗੁਰੂ ਪਾਰ ਕਰ ਦੇਗਾ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਹਾਰਦਿਕ ਤੌਰ ਤੇ ਸਭ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਪਿਆਰ ਸਤਾਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।